एक्चुअली जो डिवेलपमेंट के मॉडल तो सरकारां चलियां ने इन्हें जिहड़ी क्रिएट करती है चीज़ जिहड़ी पैदा करती है चीज़ जिहड़ियां चीज़ां दे विच सारा हुनर है उन्होंने बर्बाद करने का राह सुन लिया। दूजा ये कोशिश करेगा कि जिहड़ी मैं लुट नाल कोई चीज़ पैदा की है मैं आप तो पैदा नहीं की ਉਹਦੇ ਰਸਤੇ ਦੇ ਵਿੱਚ ਜਿਹੜੀ ਕੋਈ ਮਾੜੀ ਮੋਟੀ ਵੀ ਉਹਨੂੰ ਡਰ ਭੈ ਆਉਂਦਾ ਤਾਂ ਉੱਚੀਆਂ ਕੰਧਾਂ ਉਸਾਰਦਾ ਤਾਂ ਹੇਠਾਂ ਵੀ ਪੱਥਰ ਲਾ ਦਿੰਦਾ ਤੇ ਕਿੱਲ ਗੱਡ ਦਿੰਦਾ ਤੇ ਕੰਧਾਂ ਕਰ ਦਿੰਦਾ ਆਲੇ ਦੁਆਲੇ। ਇਹ ਡਰੇ ਹੋਏ ਮਨੁੱਖ ਦੀ ਨਿਸ਼ਾਨੀ और बहुत ज़्यादा मिलिट्री बन गई, बहुत ज़्यादा पुलिस आ गई। समझ लो कि मनुख अंदरों लगातार डर रहे। इस लिए किसान अंदोलन के नाल सिजण दा सरकार नूं बल नहीं आ रहा, ਉਹਨੂੰ ਉਹੀ ਵੱਲ ਆ ਰਿਹਾ ਜੋ ਕਦੇ ਤਾਨਾਸ਼ਾਹ ਰਾਜਿਆਂ ਨੂੰ ਆਉਂਦਾ ਸੀ। ਸਰਕਾਰ ਦਾ ਡਰ ਹੀ ਡਰਾਉਣ ਦੇ ਵੱਲ ਉਹਨੂੰ ਤੋਰ ਰਿਹਾ ਹੈ ਕਿ ਹੁਣ ਮੈਂ ਲੋਕਾਂ ਨੂੰ ਮੇਰਾ ਡਰ ਨਾ ਪਤਾ ਲੱਗੇ ਇਸ ਕਰਕੇ ਮੈਂ ਲੋਕਾਂ ਨੂੰ ਡਰਾ ਲੈਣਾ। ਬਾਰਡਰਾਂ ਦੇ ਉੱਤੇ ਵੀ ਕਦੇ ਐਡਾ ਜ਼ਿਆਦਾ ਮਜ਼ਬੂਤ ਖੰਦਕਾਂ ਪੱਟੀਆਂ ਨੇ ਜਾਂ ਐਡਾ ਵੱਡਾ ਲਾਇਆ ਉਹ ਵੀ 5 ਕਿਲੋਮੀਟਰ ਦੂਰ ਆ ਕੇ ਉਹ ਕੰਡੇ ਵਾਲੀ ਤਾਰ ਲਾਉਂਦੇ ਆ, ਉਦੋਂ ਵੱਧ ਕੁਛ ਨਹੀਂ ਹੈ। ਉੱਥੇ ਵੀ ਲੋਕ ਜਾਂਦੇ ਨੇ ਆਉਂਦੇ ਨੇ ਤੇ ਕਿਹੜੇ ਜੰਗ ਦੀ ਤਿਆਰੀ ਕਰ ਰਹੇ ਨੇ ਉਹ। और सरकार मैनू ये लगता कि अपने डर चों लोगों ते तशद्दद करती है ताकि लोगों ते दहशत हो। चाइना दे विचों लाशां आईयां ते उहदे च साडे मुंडियां दीयां लाशां जंग मुंडियां दीयां आईयां ने किन्नियां होणीआं तिरंगिਆਂ 'ਚ लिपटियां होईयां। उन्हां दे माँ-बाप जे ਸਿੰਘੂ ਬਾਰਡਰ ते जाके प्रैस कॉन्फ्रेंस करन कि ये जिहड़े बीजेपी वाले कह रहे ने मोदी अमित शाह जां बाकी दा जिहड़ा जनून उन्हां नूं दसो कौन मरिआ। साडे जवाक मरे ने, आ उन्हां दीयां फोटोआं ते कैद साहब नूं भी तमाम गल्लां दे बावजूद तमाम क्रेडिट दे बावजूद ਉਹ ਲਛਮਣ ਰੇਖਾ ਲੰਘਣ ਤੋਂ ਉਹਨਾਂ ਨਾਲ ਗੱਲ ਕਰਨ ਦੀ ਲੋੜ ਪੈਣੀ ਹੈ। ਤੇ ਨਹੀਂ ਤਾਂ ਫਿਰ ਜਦੋਂ ਅਸੂਲ ਇੱਕ ਬੰਦਾ ਤੋੜਦਾ ਦੋ ਬੰਦੇ ਤੋੜਦੇ ਨੇ ਤਾਂ ਅਸੂਲ ਜਦੋਂ ਟੁੱਟ ਜਾਂਦੇ ਨੇ ਸਾਰੇ ਕਿਤੇ ਤਾਂ ਤੁਸੀਂ ਕਿਸੇ ਨੂੰ ਵੀ ਰੋਕ ਨਹੀਂ ਸਕੋਗੇ। ਅਗਲੇ ਕੋਲ ਇੱਕ ਉਦਾਹਰਨ ਆ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਫੋਨ ਕਾਲ ਦੀ ਦੂਰੀ ਤੇ ਆ, ਪਰ ਉਹ ਇੱਕ ਫੋਨ ਕਾਲ ਅਜੇ ਤੱਕ ਨਾ ਇਧਰੋਂ ਗਈ ਆ ਨਾ ਉਧਰੋਂ ਆਈ ਆ, ਨਾ ਉਹ ਫੋਨ ਨੰਬਰ ਦੱਸਿਆ ਗਿਆ ਕਿ ਕਿਹੜੇ ਨੰਬਰ ਤੇ ਕਾਲ ਕਰਨੀ ਆ, ਕੀ ਕਰਨਾ, ਉਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਜੇ ਦੇਸ਼ ਦਾ ਪ੍ਰਧਾਨ ਮੰਤਰੀ ਇਹ ਕਹਿੰਦਾ ਇੱਕ ਫੋਨ ਕਾਲ ਦੂਰ ਹੈ ਤਾਂ ਇੱਕ ਮੀਟਿੰਗ ਤਾਂ ਦੇਸ਼ ਨੂੰ ਸੱਦ ਕੇ ਦਿਖਾਏ ਕਿ ਪ੍ਰਧਾਨ ਮੰਤਰੀ ਕਿਸਾਨ ਲੀਡਰਾਂ ਨਾਲ ਬੈਠਾ ਹੈ, ਦੇਖੋ ਆਹ ਮੀਟਿੰਗ ਹੋ ਰਹੀ ਹੈ। ਪਹਿਲਾਂ ਇੱਥੋਂ ਤਾਂ ਕਰੇ ਨਾ। ਜੇ ਇਹ ਨਹੀਂ ਕਰਦਾ ਤਾਂ ਉਹ ਵੀ ਜੁਮਲੇਬਾਜ਼ੀ ਸ਼ਾਮਲ ਹੋ ਜਾਏਗਾ ਜਿਵੇਂ ਪੁਰਾਣੇ ਜੁਮਲੇ ਨੇ। ਤੁਸੀਂ 34 ਲੱਖ ਕਰੋੜ ਦਾ ਬਜਟ ਦੇਤਾ, 12 ਲੱਖ ਕਰੋੜ ਤੁਹਾਡੇ ਕੋਲ ਪੈਸਾ ਹੀ ਨਹੀਂ, ਕਿੱਥੋਂ ਲਿਆਓਗੇ? ਆਮ ਤੌਰ ਤੇ ਹੁਣ ਤੱਕ ਅੰਦੋਲਨਾਂ ਦੀ ਗੱਲ ਅਸੀਂ ਕਿਸੇ ਕਹਾਣੀਆਂ ਜਾਂ ਇਤਿਹਾਸ ਦੇ ਵਿੱਚ ਪੜ੍ਹੀਆਂ ਸੀਗੀਆਂ, ਕਦੀ ਅੰਦੋਲਨ ਹੁੰਦਾ ਵਾਪਰਦਾ ਤੇ ਇਤਿਹਾਸ ਬਣਦਾ ਨਹੀਂ ਦੇਖਿਆ ਸੀ। ਇਹ ਕਹਿ ਸਕਦੇ ਹਾਂ ਕਿ ਇਸ ਸਮੇਂ ਕਿਸਾਨੀ ਅੰਦੋਲਨ ਜਿਹਨੂੰ ਜਨ ਅੰਦੋਲਨ ਦਾ ਵੀ ਨਾਮ ਦਿੱਤਾ ਗਿਆ, ਇਹ ਇਤਿਹਾਸ ਸਿਰਜ ਰਿਹਾ ਤੇ ਅਸੀਂ ਆਪਣੀਆਂ ਅੱਖਾਂ ਨਾਲ ਦੇਖ ਰਹੇ ਹਾਂ। ਇਹਦੇ ਵਿੱਚ ਬਹੁਤ ਸਾਰੇ ਨਾਟਕੀ ਮੋੜ ਵੀ ਆ ਰਹੇ ਨੇ, ਘਟਨਾਕ੍ਰਮ ਬਹੁਤ ਸਾਰੇ ਇਹੋ ਜਿਹੇ ਵਾਪਰਦੇ ਨੇ ਜਿਹੜੇ ਪਲ ਪਲ ਸਥਿਤੀਆਂ ਨੂੰ ਉਲਟ ਪਲਟ ਕਰਦੇ ਹੋਏ ਦਿਖਾ ਰਹੇ ਨੇ। ਇਸ ਵੇਲੇ ਸਾਡੇ ਨਾਲ ਸੀਨੀਅਰ ਪੱਤਰਕਾਰ ਹਮੀਰ ਸਿੰਘ ਹੋਰੀ ਮੌਜੂਦ ਨੇ। ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਸਥਿਤੀਆਂ ਕੀ ਨੇ, ਪਰਿਸਥਿਤੀਆਂ ਕੀ ਨੇ ਔਰ ਇਸ ਸਭ ਦੇ ਦਰਮਿਆਨ ਅਸੀਂ ਭਵਿੱਖ ਦੇ ਵਿੱਚ ਇਸ ਅੰਦੋਲਨ ਦਾ ਕਿਹੜਾ ਰੂਪ ਦੇਖਦੇ। ਪਰ ਗੱਲਬਾਤ ਮੈਂ ਜਿਹੜੀ ਸ਼ੁਰੂ ਕਰਨੀ ਚਾਹੁੰਦਾ ਹਾਂ, ਇੱਕ ਕਿਸਾਨ ਦਾ ਸੁਭਾਅ ਤੇ ਇੱਕ ਸਰਕਾਰਾਂ ਦਾ ਸੁਭਾਅ। ਮੈਂ ਤਸਵੀਰਾਂ ਦੇਖ ਰਿਹਾ ਸੀ ਦੋ। ਕਿਸਾਨ ਜਦੋਂ ਉੱਥੇ ਪਹੁੰਚਾ ਬਾਰਡਰ ਦੇ ਉੱਤੇ ਤੇ ਉਹਨੇ ਡਿਵਾਈਡਰਾਂ ਦੇ ਉੱਤੇ ਖਾਲਾਂ ਬਣਾ ਕੇ ਤੇ ਸਬਜ਼ੀਆਂ ਬੀਜ ਦਿੱਤੀਆਂ, ਉਹਨੂੰ ਉਗਾਉਣਾ ਆਉਂਦਾ ਹੈ। ਤੇ ਜਦੋਂ ਸਰਕਾਰ ਦੇ ਸਿਰ ਤੇ ਆਈ ਤੇ ਉਹਨੇ ਸੂਏ ਬੀਜ ਦਿੱਤੇ, ਉੱਥੇ ਕੰਕਰੀਟ ਦੇ ਪੱਥਰ ਖੜੇ ਕਰ ਦਿੱਤੇ। ਇਹ ਦੋਨੋਂ ਤਸਵੀਰਾਂ ਨੂੰ ਕਿਹੜੇ ਨਜ਼ਰੀਏ ਨਾਲ ਦੇਖਦੇ ਹੋ? ਅਸਲ 'ਚ ਇਹੀ ਹੈ, ਇੱਕ ਸਿਵਲਾਈਜੇਸ਼ਨ ਦਾ ਆਧਾਰ ਹੁੰਦੀ ਹੈ ਕੋਈ ਚੀਜ਼, ਇੱਕ ਸਿਵਲਾਈਜੇਸ਼ਨ ਨੂੰ ਖਤਮ ਕਰਨ ਵਾਲੀ ਚੂਸ ਲੈਣ ਵਾਲੀ ਚੀਜ਼ ਹੁੰਦੀ ਹੈ। ਐਕਚੁਅਲੀ ਜਿਹੜਾ ਡਿਵੈਲਪਮੈਂਟ ਦੇ ਮਾਡਲ ਤੇ ਸਰਕਾਰਾਂ ਚੱਲੀਆਂ ਨੇ ਇਹਨੇ ਜਿਹੜੀ ਕ੍ਰੀਏਟ ਕਰਦੀ ਹੈ ਚੀਜ਼ ਜਿਹੜੀ ਪੈਦਾ ਕਰਦੀ ਹੈ ਚੀਜ਼ ਜਿਹੜੀਆਂ ਚੀਜ਼ਾਂ ਦੇ ਵਿੱਚ ਸਾਰਾ ਹੁਨਰ ਹੈ ਉਹਨੂੰ ਬਰਬਾਦ ਕਰਨ ਦਾ ਰਾਹ ਸੁਣ ਲਿਆ। ਤੇ ਕੰਕਰੀਟ ਦੇ ਚਾਹੇ ਉਹ ਸ਼ਹਿਰ ਹੋਣ ਚਾਹੇ ਬਿਲਡਿੰਗਾਂ ਹੋਣ ਚਾਹੇ ਕੰਕਰੀਟ ਦੇ ਵਿੱਚ ਬਾਕੀ ਦੀਆਂ ਚੀਜ਼ਾਂ ਸੋਚਾਂ ਹੋਣ, ਜਿਹੜੀ ਆਰਗੈਨਿਕਲੀ ਲੋਕਾਂ ਤੋਂ ਟੁੱਟੀ ਹੋਈ ਸੋਚ ਹੁੰਦੀ ਹੈ ਉਹ ਵੀ ਕੰਕਰੀਟ ਵਰਗੀ ਹੁੰਦੀ ਹੈ। ਐਕਚੁਅਲੀ ਉਹਦੇ 'ਚੋਂ ਉਹੀ ਚੀਜ਼ਾਂ ਨਿਕਲਦੀਆਂ ਨੇ। ਇਹੀ ਇੱਕ ਟਕਰਾਅ ਹੈ ਜਰਖੇਜ਼ ਜ਼ਮੀਨ ਦਾ, ਜਰਖੇਜ਼ ਜ਼ਮੀਨ ਦੇ ਨਾਲ ਜੁੜੇ ਹੋਏ ਜਰਖੇਜ਼ ਦਿਮਾਗਾਂ ਦਾ ਤੇ ਇੱਕ ਟਿਪੀਕਲ ਟਾਈਪ ਦੇ ਨਕਲ ਮਾਰ ਕੇ ਮਤਲਬ ਕੱਟ ਪੇਸਟ ਕਰਨ ਵਾਲੇ ਲੋਕਾਂ ਦਾ। ਇਹ ਉਹ ਦੋਨਾਂ 'ਚ ਦਬੰਦ ਹੈ। ਉਹ ਜਿੱਥੇ ਵੀ ਦੇਖੇਗਾ ਜਿਹੜਾ ਕ੍ਰੀਏਟਿਵ ਦਿਮਾਗ ਹੈ ਉਹਦੇ 'ਚੋਂ ਕੋਈ ਚੰਗਾ ਸੋਹਣਾ ਕੋਈ ਚੀਜ਼ ਨਿਕਲਣ ਦੀ ਉਮੀਦ ਕਰੇਗਾ ਕਿ ਇਹਦੇ 'ਚੋਂ ਆਹ ਚੀਜ਼ ਹੋਵੇ। ਦੂਜਾ ਇਹ ਕੋਸ਼ਿਸ਼ ਕਰੇਗਾ ਕਿ ਜਿਹੜੀ ਮੈਂ ਲੁੱਟ ਨਾਲ ਕੋਈ ਚੀਜ਼ ਪੈਦਾ ਕੀਤੀ ਹੈ ਮੈਂ ਆਪ ਤਾਂ ਪੈਦਾ ਨਹੀਂ ਕੀਤੀ,
ਉਹਦੇ ਰਸਤੇ ਦੇ ਵਿੱਚ ਕੋਈ ਮਾੜੀ ਮੋਟੀ ਵੀ ਉਹਨੂੰ ਡਰ ਭੈ ਆਉਂਦਾ ਤਾਂ ਉੱਚੀਆਂ ਕੰਧਾਂ ਉਸਾਰਦਾ, ਤਾਂ ਉਹ ਹੇਠਾਂ ਵੀ ਪੱਥਰ ਲਾ ਦਿੰਦਾ ਤੇ ਕਿੱਲ ਗੱਡ ਦਿੰਦਾ ਤੇ ਕੰਧਾਂ ਕਰ ਦਿੰਦਾ ਆਲੇ ਦੁਆਲੇ। ਇਹ ਡਰੇ ਹੋਏ ਮਨੁੱਖ ਦੀ ਨਿਸ਼ਾਨੀ ਹੁੰਦੀ ਹੈ। ਜਿਉਂ-ਜਿਉਂ ਸੁਸਾਇਟੀ ਕਹਿੰਦੇ ਨੇ ਕਿ ਜੀ ਬਹੁਤ ਅਮੀਰ ਹੋ ਗਈ, ਸੁਸਾਇਟੀ ਤੇ ਦੌਲਤ ਬਹੁਤ ਆ ਗਈ ਔਰ ਬਹੁਤ ਜ਼ਿਆਦਾ ਮਿਲਟਰੀ ਬਣ ਗਈ, ਬਹੁਤ ਜ਼ਿਆਦਾ ਪੁਲਿਸ ਆ ਗਈ, ਸਮਝ ਲਓ ਕਿ ਮਨੁੱਖ ਅੰਦਰੋਂ ਲਗਾਤਾਰ ਡਰ ਰਿਹਾ ਹੈ, ਬਹੁਤ ਬੁਰੇ ਤਰੀਕੇ ਨਾਲ ਡਰ ਰਿਹਾ ਹੈ। ਨਹੀਂ ਤਾਂ ਜਿਹੜਾ ਬੰਦਾ ਨੇਚਰ ਦੇ ਨੇੜੇ ਆ ਤੇ ਉਹਨੂੰ ਡਰ ਪਾਉ ਦੇ ਲੋੜ ਹੀ ਨਹੀਂ, ਕਿਹੜਾ ਜਿੰਦਾ ਸੀ, ਕਿਹੜੀਆਂ ਬਾਕੀ ਚੀਜ਼ਾਂ ਸੀ, ਤੇ ਉਸੇ ਤਰੀਕੇ ਦੇ ਨਾਲ ਬੰਦਾ ਚੱਲਦਾ ਸੀ। ਇਹ ਦੋ ਕਿਸਮ ਦੀ ਥਾਟ ਪ੍ਰੋਸੈਸ ਜਿਹੜੀ ਆ, ਸੋਚ ਆ, ਉਹਦੇ ਅੰਦਰਲਾ ਟਕਰਾਅ ਹੈ। ਤੇ ਇਹਦੇ 'ਚ ਹੁਣ ਆਟੋਮੈਟਿਕਲੀ ਇਹ ਚੀਜ਼ ਹੈ ਕਿ ਇਸੇ ਕਰਕੇ ਉਹ ਚੀਜ਼ ਜਿੱਥੇ ਤਾਕਤ ਦੇ ਜ਼ੋਰ ਚੱਲਣਾ ਚਾਹੁੰਦੀ ਹੈ, ਜਿੱਥੇ ਜਨੂਨ ਦੇ ਜ਼ੋਰ ਚੱਲਣਾ ਚਾਹੁੰਦੀ ਹੈ, ਧਾਰਮਿਕ ਹਜੂਮ ਦੇ ਜ਼ੋਰ, ਜਿੱਥੇ ਗਲਤੀਆਂ ਫੜ ਕੇ ਉਹਨੂੰ ਖਿੱਚਣਾ ਚਾਹੁੰਦੀ ਹੈ, ਤੇ ਦੂਜੀ ਚੀਜ਼ ਗਲਤੀਆਂ ਨਜ਼ਰਅੰਦਾਜ਼ ਕਰਕੇ ਕੁਝ ਚੰਗਾ ਲੱਭਣਾ ਚਾਹੁੰਦੀ ਹੈ, ਕਿਸੇ ਦੇ ਵਿੱਚੋਂ ਵੀ ਗੁਣ, ਉਹਨਾਂ 'ਚੋਂ ਵੀ ਆਨੰਦ ਲੈਣਾ ਚਾਹੁੰਦੀ ਹੈ। ਇਹ ਦੋ ਦ੍ਰਿਸ਼ਟੀ ਦਾ ਫਰਕ ਹੈ। ਗਲਾਸ ਅੱਧਾ ਖਾਲੀ ਹੈ ਜਾਂ ਅੱਧਾ ਭਰਿਆ ਹੋਇਆ ਹੈ, ਇਹਨੂੰ ਦੇਖ ਕੇ ਵੀ ਬੰਦੇ ਦੀ ਨਜ਼ਰੀਆ ਪਤਾ ਲੱਗ ਜਾਂਦਾ ਕਿ ਉਹ ਕਿਸ ਪਾਸੇ ਵੱਲ ਸੋਚਦਾ ਹੈ। ਇਸੇ ਲਈ ਕਿਸਾਨ ਅੰਦੋਲਨ ਦੇ ਨਾਲ ਸਿੱਝਣ ਦਾ ਸਰਕਾਰ ਨੂੰ ਵੱਲ ਨਹੀਂ ਆ ਰਿਹਾ, ਉਹਨੂੰ ਉਹੀ ਵੱਲ ਆ ਰਿਹਾ ਜੋ ਕਦੇ ਤਾਨਾਸ਼ਾਹ ਰਾਜਿਆਂ ਨੂੰ ਆਉਂਦਾ ਸੀ, ਜਦੋਂ ਕਹਿੰਦਾ ਸੀ ਮੇਰੇ ਮੂੰਹ 'ਚੋਂ ਨਿਕਲਿਆ ਹੀ ਕਾਨੂੰਨ ਹੈ ਸਾਰਾ ਕੁਝ। ਜਦੋਂ ਰਾਣੀਆਂ ਦੇ ਪੇਟੋਂ ਰਾਜੇ ਜਨਮ ਲੈਂਦੇ ਸੀ, ਉਹ ਉਸੇ ਮਾਨਸਿਕਤਾ 'ਚ ਆ ਗਿਆ ਮੁੜ ਕੇ। ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਡੈਮੋਕ੍ਰੇਟਿਕ ਕੰਟਰੀ ਹੈ, ਜਮਹੂਰੀਅਤ ਹੈ, ਜਮਹੂਰੀਅਤ ਲੋਕਾਂ ਦੀ ਸੁਣੀ ਜਾਂਦੀ ਹੈ, ਸੁਣੀ ਜਾਣੀ ਚਾਹੀਦੀ ਹੈ, ਤੇ ਉਹਨਾਂ ਦੀ ਰਾਏ ਤੋਂ ਬਿਨਾਂ ਤੁਸੀਂ ਲੰਮਾ ਸਮਾਂ ਨਹੀਂ ਚੱਲ ਸਕਦੇ। ਤੁਸੀਂ ਡਰ ਦੀ ਗੱਲ ਕੀਤੀ ਹੈ, ਕੀ ਸਰਕਾਰ ਦਾ ਡਰ ਹੀ ਡਰਾਉਣ ਦੇ ਵੱਲ ਉਹਨੂੰ ਤੋਰ ਰਿਹਾ ਆ ਕਿ ਹੁਣ ਮੈਂ ਲੋਕਾਂ ਨੂੰ ਮੇਰਾ ਡਰ ਨਾ ਪਤਾ ਲੱਗੇ, ਇਸ ਕਰਕੇ ਮੈਂ ਲੋਕਾਂ ਨੂੰ ਡਰਾ ਲੈਣਾ? ਜਿੱਦੇ ਵੱਡੇ ਪੱਧਰ ਦੇ ਉੱਤੇ ਉੱਥੇ ਸੈਨਾ ਡਿਪੋਰਟ ਕਰ ਦਿੱਤੀ ਗਈ ਹੈ, ਕਿ ਉੱਥੇ ਰੱਖ ਦਿੱਤੇ ਗਏ ਆ ਕਿ ਵੱਡੇ ਵੱਡੇ ਪੱਥਰ ਲਾ ਦਿਓ, ਕਿਤੇ 4 ਲੇਅਰ ਸੁਰੱਖਿਆ, ਕਿਤੇ 7 ਲੇਅਰ, ਕਿਤੇ 12 ਲੇਅਰ ਲਾ ਦਿੱਤਾ, ਤੇ ਫੌਜ ਲਾ ਦਿੱਤੀ ਔਰ ਫੌਜ ਦੀਆਂ ਵੀ ਟੁਕੜੀਆਂ ਇੱਦਾਂ ਦੂਰ ਤੱਕ ਨਜ਼ਰ ਆਉਂਦੀਆਂ ਨੇ ਔਰ ਰਾਹਾਂ ਬੰਦ ਕਰ ਦਿੱਤੀਆਂ। ਉਹ ਜਿਹੜਾ ਡਰ ਆ ਸਰਕਾਰ ਦਾ, ਉਹਦੇ ਤੋਂ ਪਾਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦੇ ਲੁਕਾਉਣ ਦੇ ਲਈ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦਾ ਮਤਲਬ ਡਰਿਆ ਮਨੁੱਖ ਹੀ ਐਕਚੁਅਲੀ ਕਤਲੇਆਮ ਕਰਦਾ ਹਮੇਸ਼ਾ, ਜਦੋਂ ਵੀ ਸੁਸਾਇਟੀ ਦੇ ਵਿੱਚ ਅੱਗੇ ਵੀ ਕਦੇ ਕਰਦਾ। ਤੁਸੀਂ ਦੇਖੋ ਕਿ ਜਿਵੇਂ ਕ੍ਰਾਈਮ ਦੀ ਇੱਕ ਨਾ ਥਾਟ ਹੁੰਦਾ, ਇੱਕ ਦਿਮਾਗ ਹੁੰਦਾ ਹੈ, ਬੰਦੇ ਤੋਂ ਇੱਕ ਜੁਰਮ ਹੋ ਜਾਂਦਾ ਹੈ, ਫਿਰ ਉਹ ਜੁਰਮ ਨੂੰ ਢੱਕਣ ਦੇ ਲਈ ਉਹ ਕੀ ਕਰਦਾ ਪਤਾ ਨਹੀਂ, 50 ਕਤਲਾਂ ਤੱਕ ਚਲਾ ਜਾਏ ਕਿ ਇਹਨੂੰ ਵੀ ਪਤਾ ਲੱਗ ਗਿਆ ਮੇਰੀ ਗੱਲ ਦਾ, ਇਹ ਕਿਸੇ ਨੂੰ ਦੱਸ ਦੂਗਾ, ਇਹਨੂੰ ਵੀ ਮਾਰ ਦਿੰਦੇ ਆ, ਇਹਨੂੰ ਵੀ ਪਤਾ ਲੱਗ ਗਿਆ, ਇਹਨੂੰ ਵੀ ਪਤਾ ਲੱਗ ਗਿਆ। ਉਹ ਇੱਕ ਮਾਨਸਿਕਤਾ ਹੈ। ਇਸ ਤਰ੍ਹਾਂ ਸਰਕਾਰਾਂ ਦੀ ਮਾਨਸਿਕਤਾ ਹੈ। ਉਹਨਾਂ ਨੇ ਪਹਿਲਾਂ ਇਹਨਾਂ ਬਾਰਡਰਾਂ ਦੇ ਉੱਤੇ, ਹਰਿਆਣੇ ਦੇ ਬਾਰਡਰ ਦੇ ਉੱਤੇ ਰੋਕਾਂ ਲਾਈਆਂ, ਉਹ ਰੋਕਾਂ ਵੀ ਕਾਫੀ ਸਖਤ ਸੀ। ਜੇਕਰ ਆਪਣੇ ਡੈਮੋਕ੍ਰੈਟਿਕ ਵੈਲਿਊ ਸਿਸਟਮ ਦੇ ਰੂਪ ਦੇ ਵਿੱਚ ਦੇਖੀਏ, ਉਹ ਵੀ ਖਤਰਨਾਕ ਸੀ। ਪਰ ਜਦ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਲੋਕਾਂ ਦਾ ਤਾਂ ਕੋਈ ਮਤਲਬ ਹੀ ਨਹੀਂ ਬਚਿਆ, ਨਾ ਇਹਨਾਂ ਨੇ ਕੋਈ ਹਥਿਆਰ ਮਾਰਿਆ, ਨਾ ਬੰਦਿਆਂ ਦੇ ਕੋਈ ਚਪੇੜ ਮਾਰੀ, ਕੁਝ ਨਹੀਂ ਕੀਤਾ, ਉਹ ਰੋਕਾਂ ਤਾਂ ਬੜੇ ਆਸਾਨ ਤਰੀਕੇ ਨਾਲ ਟੱਪ ਕੇ ਇੱਥੇ ਤੱਕ ਆ ਗਏ ਨੇ। ਇਸ ਲਈ ਜਿਹੜੇ ਪਹਿਲੇ ਹਥਿਆਰ ਤਾਂ ਕੰਮ ਹੀ ਨਹੀਂ ਕੀਤੇ ਜਿਨ੍ਹਾਂ ਨਾਲ ਮੁੜਨ ਦੀ ਗੱਲ ਕਰਦੇ ਸੀ, ਤਾਂ ਹੁਣ ਉਹਨੂੰ ਇਹ ਲੱਗਣ ਲੱਗ ਗਿਆ ਕਿ ਜਿਵੇਂ ਮੈਨੂੰ ਤਾਂ ਨਹੀਂ ਲੱਗਿਆ ਕਿ ਅੱਜ ਤੱਕ ਅਸੀਂ ਬਾਰਡਰਾਂ ਦੇ ਉੱਤੇ ਵੀ ਕਦੇ ਐਡਾ ਜ਼ਿਆਦਾ ਮਜ਼ਬੂਤ ਖੰਦਕਾਂ ਪੱਟੀਆਂ ਨੇ ਜਾਂ ਐਡਾ ਵੱਡਾ ਲਾਇਆ। ਉਹ ਵੀ 5 ਕਿਲੋਮੀਟਰ ਦੂਰ ਆ ਕੇ ਉਹ ਕੰਡੇ ਵਾਲੀ ਤਾਰ ਲਾਉਂਦੇ ਆ, ਉਦੋਂ ਵੱਧ ਕੁਛ ਨਹੀਂ ਹੈ। ਉੱਥੇ ਵੀ ਲੋਕ ਜਾਂਦੇ ਨੇ, ਆਉਂਦੇ ਨੇ, ਤੇ ਕਿਹੜੇ ਜੰਗ ਦੀ ਤਿਆਰੀ ਕਰ ਰਹੇ ਨੇ, ਉਹ ਆਪਣੇ ਲੋਕਾਂ ਨਾਲ ਕਿਹੋ ਜਿਹੀ ਜੰਗ ਦੀ ਤਿਆਰੀ ਕਰ ਰਹੇ ਨੇ। ਤੇ ਇਸੇ ਕਰਕੇ ਇਹ ਹੈ ਕਿ ਅਜੇ ਤੱਕ ਤਾਂ ਬਾਰਡਰ ਤੁਸੀਂ ਚਾਈਨਾ ਨਾਲ ਬਾਰਡਰ ਨਹੀਂ ਉਹ ਕਰ ਸਕੇ ਕਿ ਕਿਹੜਾ ਬਾਰਡਰ ਹੈ, ਉਹ ਕਦੇ ਇੱਧਰ ਆ ਜਾਂਦੇ ਨੇ, ਕਦੇ ਉੱਧਰ, ਉੱਥੇ ਤਾਂ ਤੁਸੀਂ ਕੋਈ ਕਰ ਨਹੀਂ ਸਕੇ। ਤੇ ਆਪਣੇ ਦੇਸ਼ ਦੇ ਵਿੱਚ, ਆਪਣੀ ਰਾਜਧਾਨੀ ਦੇ ਵਿੱਚ ਇਹ ਕੰਮ ਕਰ ਰਹੇ ਹੋ। ਮੈਨੂੰ ਲੱਗਦਾ ਕਿ ਹਮੇਸ਼ਾ ਹੀ ਇਹ ਕਿਹਾ ਜਾਂਦਾ ਕਿ ਜਿਹੜੀ ਤਾਕਤਵਰ ਚੀਜ਼ ਹੁੰਦੀ ਹੈ, ਅੰਦਰੋਂ ਭਰੀ ਹੋਈ ਚੀਜ਼ ਹੁੰਦੀ ਹੈ, ਜਿਹਨੂੰ ਆਪਣੇ ਮਰਨ ਦਾ ਨਹੀਂ ਖਤਰਾ ਹੁੰਦਾ, ਜਿਹਨੂੰ ਆਪਣੇ ਜਿਉਣ ਦਾ ਕੋਈ ਬਹੁਤ ਜ਼ਿਆਦਾ ਲਾਲਸਾ ਨਹੀਂ ਹੁੰਦੀ, ਉਹ ਡਰ ਚੋਂ ਮੁਕਤ ਹੋਏ ਬੰਦੇ ਹੁੰਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਦਾ ਆ ਰਿਹਾ ਅੱਗੇ ਅਪ੍ਰੈਲ ਦੇ ਵਿੱਚ, ਉਹ ਸਪਸ਼ਟ ਕਹਿੰਦੇ ਨੇ ਭੈ ਕਾਹੂ ਕੋ ਦੇਤਨਾ ਨਾ ਪੈ ਮਾਨਤਾਨ। ਤੇ ਜਿਹੜਾ ਉਹ ਇੱਕ ਵਰਤਾਰਾ ਹੈ ਜ਼ਿੰਦਗੀ ਦੇ ਵਿੱਚ, ਮਤਲਬ ਜਾ ਕੇ ਚੌਂਕ ਦੇ ਵਿੱਚ ਸ਼ਹੀਦੀ ਪ੍ਰਾਪਤ ਕਰਨ ਦਾ, ਉਹ ਬੇਡਰ ਮਨੁੱਖ ਦਾ ਤੇ ਇੱਕ ਚੰਗੇ ਮਨੁੱਖ ਦਾ। ਔਰ ਸਰਕਾਰ, ਮੈਨੂੰ ਇਹ ਲੱਗਦਾ ਕਿ ਆਪਣੇ ਡਰ ਚੋਂ ਲੋਕਾਂ ਤੇ ਤਸ਼ੱਦਦ ਕਰਦੀ ਹੈ ਤਾਂ ਕਿ ਲੋਕਾਂ ਤੇ ਦਹਿਸ਼ਤ ਹੋਰ ਪੈ ਜਾਏ। ਪਰ ਹਿਸਟਰੀ ਵੀ ਇਹਨਾਂ ਗੱਲਾਂ ਨੂੰ ਦੱਸਦੀ ਹੈ ਕਿ ਇਦੋਂ ਤਾਂ ਬਹੁਤ ਬੰਦੇ ਬੜੀਆਂ ਫੋਰਸਾਂ ਵਾਲੇ ਆਏ ਨੇ। ਸਿਕੰਦਰ ਜਿੱਤਣ ਆ ਗਿਆ ਸੀ, ਇੱਧਰ ਸਾਰੀ ਦੁਨੀਆ ਨੂੰ ਜਿੱਤਣ ਦੀ ਗੱਲ ਕਰਦਾ ਸੀ। ਬਰਤਾਨੀਆ ਨੇ ਵੀ ਸਾਰਿਆਂ ਤੇ ਰਾਜ ਕੀਤਾ ਔਰ ਔਰੰਗਜ਼ੇਬ ਨੇ ਵੀ ਇੱਥੇ ਬੜਾ ਤਸ਼ੱਦਦ ਕੀਤਾ, ਛੋਟੇ ਛੋਟੇ ਜਵਾਕਾਂ ਨੂੰ ਨੀਹਾਂ 'ਚ ਚਿਣਤਾ ਤੇ ਤੱਤੀ ਤਵੀ ਤੇ ਬਿਠਾਤਾ, ਕਦੇ ਸੀਸ ਲੈ ਲਿਆ, ਕਦੇ ਵੱਖ-ਵੱਖ ਗੱਲਾਂ ਕੀਤੀਆਂ। ਪਰ ਉਹਦੇ 'ਚੋਂ ਵੀ ਲੋਕਾਂ ਨੇ ਤਾਂ ਸਿਰਜਣਾ ਕਰ ਹੀ ਲਈ ਕਿ ਆਪਣੇ ਸਾਰੇ ਸੈਟਅਪ ਦੀ। ਇਹ ਇਤਿਹਾਸ ਤੋਂ ਵੀ ਜਦੋਂ ਕੋਈ ਨਹੀਂ ਸਿੱਖਦਾ, ਮੰਦਬੁੱਧੀ ਜਾਂ ਬੁੱਧਕ ਕੰਗਾਲੀ ਉਹਨੂੰ ਕਿਹਾ ਜਾਣਾ ਚਾਹੀਦਾ ਕਿ ਚਾਹੇ ਤੁਹਾਡੇ ਕੋਲ ਦਿਮਾਗਦਾਰ ਲੋਕ, ਪੜ੍ਹੇ ਲਿਖੇ ਲੋਕ ਬਹੁਤ ਹੋਣਗੇ, ਪਰ ਉਹ ਹਿਸਟਰੀ ਤੋਂ ਜਾਣਬੁੱਝ ਕੇ ਅਣਜਾਣ ਨੇ, ਜਾਂ ਉਹ ਬੰਜਰ ਦਿਮਾਗ ਹੋ ਗਏ ਨੇ ਜਿਹੜੇ ਪੁਰਾਣੀ ਗੱਲ ਨੂੰ ਜੋੜ ਕੇ ਦੇਖਣਾ ਪਸੰਦ ਨਹੀਂ ਕਰਦੇ, ਜਾਂ ਨਫ਼ਰਤ ਇੰਨੀ ਤੁਹਾਡੇ ਦਿਮਾਗਾਂ ਦੇ ਵਿੱਚ ਆ ਗਿਆ, ਜਾਂ ਡਰ ਇੰਨਾ ਆ ਗਿਆ। ਇਹ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ।
ਜਦੋਂ ਬਲਰਾਜ ਸਾਨੀ ਹੋਰਾਂ ਦਾ ਨਾਟਕ ਪੜ੍ਹ ਰਿਹਾ ਸੀ ਮੈਂ ਕੁਰਸੀ, ਉਹਦੇ ਵਿੱਚ ਕੁਝ ਇਦਾਂ ਦੀਆਂ ਸੀ ਕਿ ਜਦੋਂ ਕੁਰਸੀ ਤੇ ਸ਼ਖਸ ਬਹਿੰਦਾ ਤੇ ਉਹਦੀ ਸੋਚ ਬਦਲ ਜਾਂਦੀ, ਉਹਦਾ ਘੇਰਾ ਬਦਲ ਜਾਂਦਾ ਹੈ ਔਰ ਉਹ ਜ਼ਾਲਮ ਹੋ ਜਾਂਦਾ, ਜਿੱਦਾਂ ਆਮ ਤੌਰ ਤੇ ਸਰਕਾਰਾਂ ਜਿਹੜੀਆਂ ਜ਼ਾਲਮ ਹੁੰਦੀਆਂ ਨੇ, ਸੰਵੇਦਨਾ ਉਹਦੇ ਅੰਦਰੋਂ ਖਤਮ ਹੋ ਜਾਂਦੀ ਆ। ਪਰ ਮੈਨੂੰ ਲੱਗਦਾ ਕਿ ਜਿਹੜੀ ਡਰ ਦੀ ਗੱਲ ਹੈ, ਜਿਹੜੀ ਸਿੱਖਣ ਸਿਖਾਉਣ ਦੀ ਗੱਲ ਹੈ, ਜਿਹੜਾ ਸਮਝਣ ਦੀ ਲੋੜ ਆ, ਉਹ ਕਿਤੇ ਨਾ ਕਿਤੇ ਜਦੋਂ ਅਸੀਂ ਜਥੇਬੰਦੀਆਂ ਦੀ ਗੱਲ ਕਰਦੇ ਹਾਂ ਇਸ ਵੇਲੇ, ਜਿਹੜੀਆਂ ਜਥੇਬੰਦੀਆਂ ਇਸ ਅੰਦੋਲਨ ਦੀ ਅਗਵਾਈ ਕਰ ਰਹੀਆਂ ਨੇ, ਇਹਦੇ ਵਿੱਚ ਇੱਕ ਨੁਕਤਾ ਇਹ ਵੀ ਗੱਲ ਕਰਦੇ ਹਾਂ, ਜਦੋਂ ਸੋਸ਼ਲ ਮੀਡੀਆ ਦੇਖਦਾ ਮੈਂ, ਮੇਰੇ ਵਰਗੇ ਕੱਚ ਘਰੜ ਵਿਦਵਾਨ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਆ ਕਿ ਆਹ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ, ਆਹ ਗਲਤ ਹੈ, ਉਹ ਗਲਤ ਹੈ। ਇਸ ਸਮੇਂ ਜਥੇਬੰਦੀਆਂ ਦੇ ਵਿੱਚ ਬਹੁਤ ਤਰੀਕੇ ਦੀਆਂ ਕਿਤੇ ਦਰਾਰਾਂ ਨਜ਼ਰ ਆਉਂਦੀਆਂ, ਕਿਤੇ ਕੁਝ ਖਾਮੀਆਂ ਵੀ ਨਜ਼ਰ ਆਉਂਦੀਆਂ, ਕਿਤੇ ਵੀ ਨਜ਼ਰ ਆਉਂਦਾ ਕਿ ਇਹਨਾਂ ਨੂੰ ਆਹ ਵਾਲੀ ਗੱਲ ਨਹੀਂ ਕਰਨੀ ਚਾਹੀਦੀ ਸੀ, ਆਹ ਵਾਲੀ ਕਰਨੀ ਚਾਹੀਦੀ। ਤੁਹਾਨੂੰ ਕੀ ਲੱਗਦਾ, ਕਿਉਂਕਿ ਇੱਕ ਤਜਰਬਾ ਆ ਤੁਹਾਡੇ ਕੋਲ ਇਹ ਸਾਰੀਆਂ ਚੀਜ਼ਾਂ ਦਾ, ਤੁਹਾਨੂੰ ਕੀ ਲੱਗਦਾ ਕਿ ਇਸ ਵੇਲੇ ਜਥੇਬੰਦੀਆਂ ਕਿਹੋ ਜਿਹਾ ਰੋਲ ਅਦਾ ਕਰ ਰਹੀਆਂ ਨੇ, ਕਿੱਦਾਂ ਦਾ ਅਦਾ ਕਰਨਾ ਚਾਹੀਦਾ, ਔਰ ਜਿਹੜੀਆਂ ਟੀਕਾ ਟਿੱਪਣੀਆਂ ਇਸ ਵੇਲੇ ਚੱਲਦੀਆਂ ਪਈਆਂ ਨੇ ਉਹ ਭਾਵੇਂ ਮੇਰੇ ਵਰਗੇ ਕੱਚ ਘਰੜ ਵਿਦਵਾਨ ਕਰਦੇ ਨੇ, ਤੇ ਚਾਹੇ ਉੱਥੇ ਮੰਚ ਦੇ ਉੱਤੇ ਆਪਸ ਦੇ ਵਿੱਚ ਵੀ ਕਈ ਵਾਰੀ ਕਰ ਲਈਆਂ ਜਾਂਦੀਆਂ, ਉਹਨਾਂ ਦੇ ਇਸ ਅੰਦੋਲਨ ਦੇ ਉੱਤੇ ਭਵਿੱਖ ਦੇ ਵਿੱਚ ਅਸਰ ਕੀ ਪੈਂਦੇ ਨਜ਼ਰ ਆ ਰਹੇ ਨੇ? ਮੈਨੂੰ ਲੱਗਦਾ ਕਿ ਜਥੇਬੰਦੀਆਂ ਨੂੰ ਵੀ ਬੜੇ ਜ਼ਿੰਮੇਵਾਰੀ ਔਰ ਬੜੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ। ਉਹਦਾ ਕਾਰਨ ਇਹ ਹੈ ਕਿ ਅੰਦੋਲਨ ਤੁਰੰਤ ਐਡਾ ਵੱਡਾ ਹੋ ਜਾਏਗਾ, ਇਹ ਕਿਸੇ ਨੂੰ ਨਹੀਂ ਸੀ ਪਤਾ। ਇਹ ਪਹਿਲਾਂ ਵੀ ਲੋਕਾਂ ਨੂੰ ਪਤਾ ਹੈ ਔਰ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਪਤਾ ਹੈ ਕਿ ਜਿੰਨਾ ਕੁ ਆਗੂਆਂ ਤੇ ਜਥੇਬੰਦੀਆਂ ਦਾ ਸਾਈਜ਼ ਹੈ, ਅੰਦੋਲਨ ਦਾ ਸਾਈਜ਼ ਉਦੋਂ ਬਹੁਤ ਵੱਡਾ ਹੈ। ਠੀਕ ਹੈ, ਉਹਨੂੰ ਉਹ ਨਹੀਂ, ਪਰ ਉਹਦੇ 'ਚੋਂ ਸਿੱਖਣਾ ਹੁੰਦਾ ਹੈ। ਪਹਿਲੇ ਦਿਨ ਹੀ ਕੋਈ ਚੀਜ਼ ਓਡੀ ਆ ਜਾਂਦੀ ਹੈ, ਉਹ 'ਚੋਂ ਹੌਲੀ ਹੌਲੀ ਸਿੱਖਦਾ, ਔਰ ਜਥੇਬੰਦੀਆਂ ਸਿੱਖ ਵੀ ਰਹੀਆਂ ਨੇ। ਜਿਵੇਂ ਈਵਨ ਸੋਸ਼ਲ ਮੀਡੀਆ ਤੇ ਚੱਲ ਰਿਹਾ, ਬਹੁਤ ਚੀਜ਼ਾਂ ਤਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹਦੀ ਪੁਸ਼ਟੀ ਨਹੀਂ ਹੁੰਦੀ, ਕਈ ਗਲਤ ਫਹਿਮੀਆਂ ਵੀ ਹੁੰਦੀਆਂ ਨੇ, ਕਈ ਜਿਹੜੀਆਂ ਠੀਕ ਚੀਜ਼ਾਂ ਨੇ। ਹਰ ਚੀਜ਼ ਤੇ ਨਜ਼ਰ ਰੱਖਣੀ, ਹਰ ਚੀਜ਼ ਨੂੰ ਵਾਚਣਾ, ਹਰ ਚੀਜ਼ ਨੂੰ ਬਾਚ ਕੇ ਉਹਦਾ ਵਿਸ਼ਲੇਸ਼ਣ ਕਰਕੇ ਕੋਈ ਠੋਸ ਫੈਸਲਾ ਲੈਣਾ, ਇਹ ਜ਼ਰੂਰੀ ਹੈ। ਤੇ ਦੂਜੀ ਗੱਲ ਇਹਦੇ ਨਾਲ ਦੀ ਨਾਲ ਇਹ ਹੈ ਕਿ ਆਰਗੇਨਾਈਜੇਸ਼ਨਾਂ ਨੂੰ ਵੀ ਆਪਣੇ ਲੈਵਲ ਦੀਆਂ ਇੱਕ ਟੀਮਾਂ ਦੀ ਲੋੜ ਹੈ, ਇੰਟੈਲੈਕਚੁਅਲ ਟੀਮਾਂ ਦੀ ਵੀ ਲੋੜ ਹੈ, ਲੀਗਲ ਟੀਮਾਂ ਦੀ ਵੀ ਲੋੜ ਹੈ, ਵੱਖ-ਵੱਖ ਟਾਈਪ ਦੀਆਂ ਟੀਮਾਂ ਦੀ ਵੀ ਲੋੜ ਹੈ। ਜਿਵੇਂ ਮੰਨ ਲਓ ਆਹ ਕੇਸ ਆ ਗਿਆ ਜੀ, ਤਿਰੰਗੇ ਦਾ ਸਵਾਲ ਆ ਗਿਆ। ਤਿਰੰਗੇ ਦਾ ਸਵਾਲ ਹੈ, ਜਥੇਬੰਦੀਆਂ ਡਿਫੈਂਸ ਤੇ ਕਿਉਂ ਨੇ? ਪੰਜਾਬ ਦੇ ਇੰਨੇ ਫੌਜੀ ਜਾ ਉੱਥੇ ਕਹਿ ਰਹੇ ਨੇ, ਜਿਨ੍ਹਾਂ ਚੋਂ ਪਰਮਵੀਰ ਚੱਕਰ ਵਾਲੇ ਵੀ ਕਿਤੇ ਜਿਉਂਦੇ ਹੋਣਗੇ ਤੇ ਬਾਕੀ ਚੱਕਰਾਂ ਵਾਲੇ ਤਾਂ ਬਹੁਤ ਨੇ, ਤੇ ਉਹ ਕਿਉਂ ਨਹੀਂ ਉਹਨਾਂ ਤੋਂ ਪ੍ਰੈਸ ਕਾਨਫਰੰਸ ਉੱਥੇ ਜਾ ਕੇ ਬਾਰਡਰ ਤੇ ਕਰਾਉਂਦੇ ਕਿ ਸਾਡੇ ਆਹ ਧਮਕੇ ਕਿਹਨੇ ਦਿੱਤੇ ਨੇ, ਤੁਹਾਡੇ ਚੋਂ ਜਿਹੜੇ ਤੁਸੀਂ ਆਏ ਹੋ, ਅੱਜ ਉਹ ਪੈਰਲਲ ਕਰਕੇ ਦਿਖਾਓ। ਤੇ ਉਹਦੇ ਨਾਲ ਤੁਹਾਡੇ ਯਾਦ ਹੋਣਾ, ਕੁੜੀ ਨੇ, ਜਲੰਧਰ ਵਾਲੀ ਨੇ, ਗੁਰਮੇਹਰ ਕੌਰ ਨੇ ਇੱਕ ਵਾਰ ਬਿਆਨ ਦਿੱਤਾ ਸੀ ਕਿ ਮੇਰਾ ਪਿਤਾ ਜਿਹੜਾ ਹੈ ਕਰਨਲ ਸੀ, ਉਹ ਜੰਗ ਨੇ ਨਹੀਂ, ਉਹ ਪਾਕਿਸਤਾਨ ਨੇ ਨਹੀਂ ਮਾਰਿਆ, ਉਹ ਜੰਗ ਨੇ ਮਾਰਿਆ। ਬਹੁਤ ਟ੍ਰੋਲਿੰਗ ਹੋਈ ਸੀ ਆਰਐਸਐਸ ਵੱਲੋਂ, ਪਰ ਉਹਨਾਂ ਦਾ ਮੂੰਹ ਬੰਦ ਕਰਤਾ ਸੀ ਦੇਸ਼ ਦੇ ਲੋਕਾਂ ਨੇ ਕਿ ਉਹਦਾ ਤਾਂ ਬਾਪ ਮਰਿਆ ਨਾ, ਤੁਹਾਡਾ ਕੀ ਹੋਇਆ, ਤੁਹਾਡੇ ਚੀਚੀ ਤੇ ਖੂਨ ਲੱਗਿਆ ਕਿ ਨਹੀਂ? ਉਹਨਾਂ ਨੂੰ ਕਾਊਂਟਰ ਕਰਨ ਦੇ ਜਿਹੜੇ ਤਰੀਕੇ ਨੇ, ਔਰ ਸਾਡੇ ਕੋਲ ਚਾਈਨਾ ਦੇ ਵਿੱਚੋਂ ਲਾਸ਼ਾਂ ਆਈਆਂ ਨੇ, ਤੇ ਉਹਦੇ 'ਚ ਸਾਡੇ ਮੁੰਡਿਆਂ ਦੀਆਂ ਲਾਸ਼ਾਂ ਜੰਗ ਮੁੰਡਿਆਂ ਦੀਆਂ ਆਈਆਂ ਨੇ, ਕਿੰਨੀਆਂ ਹੋਣੀ, ਜਿਹੜਾ ਤਿਰੰਗਿਆਂ 'ਚ ਲਿਪਟੀਆਂ ਹੋਈਆਂ। ਉਹਨਾਂ ਦੇ ਮਾਂ-ਬਾਪ ਜੇ ਸਿੰਘੂ ਬਾਰਡਰ ਤੇ ਜਾ ਕੇ ਪ੍ਰੈਸ ਕਾਨਫਰੰਸ ਕਰਨ ਕਿ ਇਹ ਜਿਹੜੇ ਬੀਜੇਪੀ ਵਾਲੇ ਕਹਿ ਰਹੇ ਨੇ ਮੋਦੀ, ਅਮਿਤ ਸ਼ਾਹ ਜਾਂ ਬਾਕੀ ਦਾ ਜਿਹੜਾ ਜਨੂਨ, ਉਹਨਾਂ ਨੂੰ ਦੱਸੋ ਕੌਣ ਮਰਿਆ? ਸਾਡੇ ਜਵਾਕ ਮਰੇ ਨੇ, ਆ ਉਹਨਾਂ ਦੀਆਂ ਫੋਟੋਆਂ ਨੇ। ਸਾਨੂੰ ਵੀ ਅਜੇ ਵੀ ਦੇਸ਼ ਭਗਤੀ ਦਾ ਖਿਤਾਬ ਜਾਂ ਕਿਸੇ ਤੋਂ ਲੈਣ ਦੀ ਲੋੜ ਹੈ। ਜਦੋਂ ਉਹ ਕਰਨਗੇ ਤੇ ਆਪੋ ਲਾਜਵਾਬ ਹੋਊਗਾ ਤਾਂ ਦੇਸ਼ ਵੀ ਦੇਖੂਗਾ, ਤੇ ਉਹ ਗੋਦੀ ਮੀਡੀਆ ਵੀ ਦੇਖੂਗਾ, ਉਹਨਾਂ ਨੂੰ ਵੀ ਨਾ ਖਬਰ ਕਰੇ ਤਾਂ ਛਿੱਤਰ ਤਾਂ ਪੈਣਗੇ ਨਾ ਮੂੰਹ ਤੇ। ਤੁਸੀਂ ਇੱਕ ਫੌਜ 'ਚ ਵੀ ਇਹਦਾ ਮਤਲਬ ਇਹ ਰੱਖਦੇ ਹੋ ਕਿ ਉਹਨੂੰ ਨਹੀਂ ਕਰਦੇ, ਉਹਨੂੰ ਨਹੀਂ ਕਰਦੇ। ਸਟ੍ਰੈਟਜੀ ਵੀ ਆਰਗੇਨਾਈਜੇਸ਼ਨਾਂ ਨੂੰ ਉਸ ਪੱਧਰ ਤੇ ਬਣਾਉਣੀ ਪਏਗੀ ਕਿ ਕਿਹੜੀ ਚੀਜ਼ ਨੂੰ ਕਿਹਦੇ ਨਾਲ ਕਾਊਂਟਰ ਕੀਤਾ ਜਾ ਸਕਦਾ ਔਰ ਕਿਵੇਂ ਕਾਊਂਟਰ ਕਰਨਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਦਾ ਸਵਾਲ ਹੈ। ਇਸੇ ਤਰ੍ਹਾਂ ਲੀਗਲੀ ਵੀ ਹੈ, ਲਾਅ ਵਾਲੇ ਬੰਦੇ ਉੱਥੇ ਆ ਕੇ ਪ੍ਰੈਸ ਕਾਨਫਰੰਸ ਕਿਉਂ ਨਹੀਂ ਕਰ ਸਕਦੇ? ਲਾਅ ਪੁਆਇੰਟ ਤੇ ਨਾ ਸਾਰੀਆਂ ਚੀਜ਼ਾਂ ਦੇ ਵਿੱਚ ਉਹਨਾਂ ਤੋਂ ਵੀ ਕਰਾਉਣੀਆਂ ਚਾਹੀਦੀਆਂ ਨੇ। ਇਹ ਸਾਰੀਆਂ ਚੀਜ਼ਾਂ ਨੂੰ ਜਿਵੇਂ ਸੰਜਮ 'ਚ ਰੱਖ ਕੇ ਜਥੇਬੰਦੀਆਂ ਉਸ ਤਰੀਕੇ ਦੇ ਨਾਲ ਚੱਲਣਗੀਆਂ ਤਾਂ ਜ਼ਿਆਦਾ ਹੋਏਗਾ। ਪਿਛਲੇ ਦਿਨਾਂ ਤੋਂ ਮਹਿੰਦਰ ਸਿੰਘ ਟਕੈਤ ਦਾ ਵੀ ਚੱਲ ਹੀ ਰਿਹਾ, ਬਿਨਾਂ ਸ਼ੱਕ ਉਹਦਾ ਹਿਸਟੋਰੀਕਲ ਰੋਲ ਹੈ, ਇਤਿਹਾਸਕ ਰੋਲ ਹੈ ਕਿ ਉਹ 26 ਜਨਵਰੀ ਵਾਲਾ ਬਲੇਮ ਉਲਟ ਹੋ ਗਿਆ, ਯੂਪੀ ਉੱਠ ਗਈ, ਹਰਿਆਣਾ ਉੱਠ ਗਿਆ, ਬਾਕੀ ਹੈ। ਪਰ ਮੈਨੂੰ ਇਹ ਲੱਗਦਾ ਪਰਸਨਲੀ ਕਿ ਇੱਕ ਤਰੀਕਾ ਅਜੇ ਵੀ ਸੰਤੁਲਿਤ ਕਰਨ ਦੀ ਲੋੜ ਹੈ, ਬੈਲੈਂਸ ਕਰਨ ਦੀ ਲੋੜ ਹੈ। ਉਹ ਸੰਤੁਲਿਤ ਇਹ ਹੈ ਕਿ ਉਹਨੂੰ ਜਾ ਕੇ ਸਾਰੇ ਰਾਜਨੀਤਿਕ ਲੀਡਰ ਮਿਲਦੇ ਨੇ, ਗੁਰਜਾਂ ਦਿੰਦੇ ਨੇ, ਕੋਈ ਕਿਰਪਾਨ ਦਿੰਦਾ, ਕੋਈ ਸੋਨੇ ਦੀ ਕਹੀ ਦੇਣ ਦੀ ਗੱਲ ਕਰਦਾ, ਕੋਈ ਕੁਛ ਹੋਰ ਦੇਣ ਦੀ ਗੱਲ ਕਰਦਾ। ਜਿਹੜਾ ਅਸੂਲ ਸਾਰੀਆਂ ਜਥੇਬੰਦੀਆਂ ਨੇ ਅਪਣਾਇਆ ਅੱਜ ਤੱਕ ਕਿ ਉਹ ਸਿਆਸਤਦਾਨ ਨਾਲ ਮੰਚ ਸਾਂਝਾ ਨਹੀਂ ਕਰਨਗੇ, ਉਹਦੇ ਨਾਲ ਓਪਨ ਗਲਬੱਕੜੀ ਨਹੀਂ ਪਾਉਣਗੇ। ਜਿਵੇਂ ਚਡੂਨੀ ਨਾਲ ਗੱਲ ਹੋਈ ਕਿ ਉਹ ਗੱਲ ਕਰਕੇ ਆਇਆ ਤੇ ਉਹਨੂੰ ਮਾਫੀ ਮੰਗਾਈ, ਜਿਵੇਂ ਬਾਕੀਆਂ ਤੋਂ ਮੰਗਾਈ। ਇਸ ਲਈ ਟਕੈਤ ਸਾਹਿਬ ਨੂੰ ਵੀ ਤਮਾਮ ਗੱਲਾਂ ਦੇ ਬਾਵਜੂਦ, ਤਮਾਮ ਕ੍ਰੈਡਿਟ ਦੇ ਬਾਵਜੂਦ, ਉਹ ਲਛਮਣ ਰੇਖਾ ਲੰਘਣ ਤੋਂ ਉਹਨਾਂ ਨਾਲ ਗੱਲ ਕਰਨ ਦੀ ਲੋੜ ਪੈਣੀ ਹੈ। ਤੇ ਨਹੀਂ ਤਾਂ ਫਿਰ ਜਦੋਂ ਅਸੂਲ ਇੱਕ ਬੰਦਾ ਤੋੜਦਾ, ਦੋ ਬੰਦੇ ਤੋੜਦੇ ਨੇ, ਤਾਂ ਅਸੂਲ ਜਦੋਂ ਟੁੱਟ ਜਾਂਦੇ ਨੇ ਸਾਰੇ ਕਿਤੇ, ਤਾਂ ਤੁਸੀਂ ਕਿਸੇ ਨੂੰ ਵੀ ਰੋਕ ਨਹੀਂ ਸਕੋਗੇ। ਅਗਲੇ ਕੋਲ ਇੱਕ ਉਦਾਹਰਨ ਆ ਜਾਂਦੀ ਹੈ, ਹਰ ਚੀਜ਼ ਫੂਕ ਕੇ ਪੈਰ ਰੱਖਣ ਦਾ ਕੁਐਸਚਨ ਹੈ। ਜਦੋਂ ਫੂਕ ਕੇ ਪੈਰ ਰੱਖਿਆ ਜਾਊਗਾ ਤਾਂ ਅੰਦੋਲਨ ਨੂੰ ਇੰਨਾ ਜ਼ਿਆਦਾ ਸਮਰਥਨ ਹੈ, ਇਸ ਅੰਦੋਲਨ ਨਾਲ ਮੁਕਾਬਲਾ ਕਰਨ ਦੀ ਸਰਕਾਰ ਕੋਲ ਹੋਰ ਕੋਈ ਚੀਜ਼ ਨਹੀਂ। ਜਾਂ ਉਹ ਕਿੱਲ ਖੜੇ ਕਰਨਾ ਹੈ, ਜਾਂ ਨਫ਼ਰਤ ਵਾਲਾ ਦੌਰ ਇੱਕੋ ਦਾ ਤੁੱਕਾ ਲੱਗ ਗਿਆ, ਮੁੜ ਕੇ ਸ਼ਾਇਦ ਨਾ ਲੱਗੇ,
ਕਿਉਂਕਿ ਉਹ 26 ਜਨਵਰੀ ਵਾਲਾ ਇੱਕ ਭਾਵੁਕ ਜਿਹੀ ਚੀਜ਼ ਸੀ ਜਿਹੜਾ ਕੁਝ ਲੱਗ ਗਿਆ। ਇਸ ਲਈ ਉਦੋਂ ਬਾਅਦ ਮੈਨੂੰ ਲੱਗਦਾ ਕਿ ਇਹ ਬਹੁਤੀ ਦੇਰ ਨਹੀਂ ਚੱਲ ਸਕਿਆ। ਮਹੀਨਾ ਜੇ ਪਾਰਲੀਮੈਂਟ ਦਾ ਸੈਸ਼ਨ ਚੱਲਣਾ, ਉਹ ਵੀ ਸਰਦਾਰਦੀ ਗਵਰਨਮੈਂਟ ਦੇ ਸਾਹਮਣੇ ਖੜੀ ਹੋਈ ਹੈ। ਔਰ ਜਥੇਬੰਦੀਆਂ ਨੂੰ ਬਹੁਤ ਜ਼ਿਆਦਾ ਪਹਿਲਾਂ ਆਪਦਾ ਏਕਾ ਰੱਖਣਾ, ਅੰਦਰ ਆਪਸੀ ਬਖਰੇਵਿਆਂ ਨੂੰ ਕਿਵੇਂ ਦੂਰ ਕਰਨਾ। ਦੂਜਾ ਇੱਕ ਮੇਰੇ ਖਿਆਲ ਇਹ ਕਰਨਾ ਪਏਗਾ ਕਿ ਜਿਹੜੀ ਸਾਂਝੀ ਸਟੇਜ ਹੈ ਸੰਯੁਕਤ ਮੋਰਚੇ ਦੀ, ਉੱਥੇ ਹਰ ਲੀਡਰ ਦੇ ਇੱਕ ਗੱਲ ਜ਼ਰੂਰ ਪਾਬੰਦੀ ਹੋਣੀ ਚਾਹੀਦੀ ਹੈ ਕਿ ਉੱਥੇ ਭਾਸ਼ਾ ਦੀ ਮਰਿਆਦਾ ਨਹੀਂ ਤੋੜਨੀ ਚਾਹੀਦੀ। ਇੰਡੀਵਿਜੂਅਲ ਜਿੱਥੇ ਮਰਜ਼ੀ ਕੋਈ ਜਾਵੇ, ਪਰ ਆਪਣੀ ਸਟੇਜ ਤੋਂ ਜਿਹੜਾ ਵੀ ਬੰਦਾ ਗੱਲ ਕਰੇ ਉਹ ਭਾਸ਼ਾ ਦੀ ਮਰਿਆਦਾ 'ਚ ਰਹੇ। ਕਿ ਪਿਛਲੇ ਦਿਨਾਂ 'ਚ ਕਾਫੀ ਇਹੋ ਜਿਹੀਆਂ ਸ਼ਬਦਾਵਲੀਆਂ ਆਈਆਂ ਨੇ ਜਿਹੜੀਆਂ ਉਹਨੂੰ ਪਾਰ ਚਲੀਆਂ ਗਈਆਂ। ਉਹ 'ਚੋਂ ਤੁਹਾਡੀ ਸਿਆਣਪ, ਤੁਹਾਡੇ ਤੇ ਭਰੋਸਾ ਨਹੀਂ ਵੱਜਦਾ, ਉਹਦੇ 'ਚੋਂ ਬੇਭਰੋਸਗੀ ਪੈਦਾ ਹੁੰਦੀ ਹੈ। ਇਹ ਪਹਿਲਾਂ ਲੀਡਰਾਂ ਨੂੰ ਰੋਲ ਮਾਡਲ ਬਣਨਾ ਪਏਗਾ, ਫਿਰ ਲੋਕ ਕਾਪੀ ਰੋਲ ਮਾਡਲ ਨੂੰ ਫੋਲੋ ਕਰ ਲੈਂਦੇ ਨੇ, ਕੋਈ ਬੜੀ ਗੱਲ ਨਹੀਂ ਹੈ। ਤੇ ਉਹ ਭਾਸ਼ਾ ਦੀ ਜਿਹੜੀ ਕੰਟੀਨਿਊਟੀ ਠੀਕ ਤਰੀਕੇ ਨਾਲ ਬਣ ਜਾਂਦੀ ਹੈ। ਤੁਹਾਡੀ ਗੱਲ 'ਚ ਵਜਨ ਹੋਣਾ ਚਾਹੀਦਾ, ਗਾਲ ਕੱਢਣ ਦੀ ਲੋੜ ਕਿਉਂ ਪੈਣੀ ਚਾਹੀਦੀ ਹੈ। ਬਿਲਕੁਲ। ਇੱਕ ਇਸ ਸਮੇਂ ਜਿਹੜੀ ਸੰਭਾਵਨਾ ਬਣਦੀ ਨਜ਼ਰ ਆਈ ਹੈ, ਸਰਬ ਪਾਰਟੀ ਮੀਟਿੰਗ ਹੋਈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਗੇ ਭਗਵੰਤ ਮਾਨ ਹੋਰੀ ਮੁੱਦਾ ਰੱਖਦੇ ਆ। ਮੇਰਾ ਖਿਆਲ ਹੈ ਕਿ ਕਾਬਲੇ ਤਾਰੀਫ ਹੈ। ਗੱਲ ਬਹੁਤੇ ਐਮਪੀਜ਼ ਨੇ ਕੀਤੀ ਸੀ, ਪਰ ਉਹ ਉਸ ਤਰੀਕੇ ਨਾਲ ਮਜ਼ਬੂਤੀ ਦੇ ਨਾਲ ਰੱਖੀ ਸੀ, ਚੰਗੇ ਤਰੀਕੇ ਨਾਲ ਰੱਖੀ ਹੈ ਔਰ ਜ਼ਰੂਰਤ ਦੇ ਨਾਲ ਰੱਖੀ ਹੈ। ਤੇ ਉਹਦੇ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਫੋਨ ਕਾਲ ਦੀ ਦੂਰੀ ਤੇ ਆ, ਪਰ ਉਹ ਇੱਕ ਫੋਨ ਕਾਲ ਅਜੇ ਤੱਕ ਨਾ ਇਧਰੋਂ ਗਈ ਆ ਨਾ ਉਧਰੋਂ ਆਈ ਆ, ਨਾ ਉਹ ਫੋਨ ਨੰਬਰ ਦੱਸਿਆ ਗਿਆ ਕਿ ਕਿਹੜੇ ਨੰਬਰ ਤੇ ਕਾਲ ਕਰਨੀ ਆ, ਕੀ ਕਰਨਾ ਹੈ। ਉਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਮੈਨੂੰ ਸਾਡੇ ਐਮਪੀ ਦੀ ਇੱਕ ਕਮਜ਼ੋਰੀ ਲੱਗੀ ਹੈ, ਕਿਉਂਕਿ ਆਰਟੀਕੂਲੇਸ਼ਨ ਦੀ। ਪ੍ਰਧਾਨ ਮੰਤਰੀ ਨਾਲ ਗੱਲ ਕਰਕੇ ਜਿਵੇਂ ਬਹੁਤ ਜ਼ਿਆਦਾ ਇੱਕ ਜੂਨੀਅਰ ਆਦਮੀ ਗੱਲ ਕਰ, ਉਹਦੇ ਨਾਲ ਗੱਲ ਇਹ ਕਰਨੀ ਚਾਹੀਦੀ ਹੈ ਕਿ ਲਾਲ ਕਿਲੇ 'ਚ ਟਰੈਪ ਕਿਹਨੇ ਲਾਇਆ, ਲਾਲ ਕਿਲੇ 'ਚ ਬੰਦਿਆਂ ਨੂੰ ਜਾਣ ਦੀ ਖੁੱਲ੍ਹ ਦੀ ਇਜਾਜ਼ਤ ਕਿਵੇਂ ਦਿੱਤੀ, ਉਹਦੀ ਜਾਂਚ ਕੌਣ ਕਰੇਗਾ। ਤੇ ਉੱਥੇ ਕਿਹੜਾ ਖਾਲਿਸਤਾਨੀ ਝੰਡਾ ਝੁੱਲਿਆ, ਸਾਨੂੰ ਇਹ ਦੱਸਿਆ ਜਾਏ। ਕਿ ਖਾਲਿਸਤਾਨੀ ਤਾਂ ਕੋਈ ਝੰਡਾ ਨਹੀਂ ਝੁੱਲਿਆ ਉੱਥੇ। ਨਿਸ਼ਾਨ ਸਾਹਿਬ ਖਾਲਿਸਤਾਨੀ ਝੰਡਾ ਥੋੜੀ ਹੈ। ਨਿਸ਼ਾਨ ਸਾਹਿਬ ਤੁਸੀਂ ਚਾਈਨਾ ਦੇ ਬਾਰਡਰ ਤੇ ਵੀ ਲਾ ਦਿੰਦੇ ਹੋ। ਨਿਸ਼ਾਨ ਸਾਹਿਬ ਤੁਸੀਂ ਨਾਲ ਸਾਰਿਆਂ ਨੂੰ ਸਿੱਖ ਰੈਜੀਮੈਂਟ ਤੁਸੀਂ 26 ਜਨਵਰੀ ਦੀ ਪਰੇਡ 'ਚ ਲੱਗਿਆ ਹੋਇਆ ਸੀ। ਮਤਲਬ ਆਈਡੀਓਲੋਜੀਕਲੀ ਘੱਟੋ ਘੱਟ ਉੱਥੇ ਐਮਪੀ ਨੂੰ ਤਾਂ ਇਹ ਗੱਲਾਂ ਕਲੀਅਰ ਕਰਨੀਆਂ ਚਾਹੀਦੀਆਂ ਨੇ। ਚਲੋ ਬਾਕੀ ਤਾਂ ਕਈ ਵਾਰ ਭੀੜ 'ਚ ਤਾਂ ਉਹ ਗੱਲਾਂ ਨਹੀਂ ਹੋ ਸਕਦੀਆਂ, ਉਹ ਕਰਨਾ ਚਾਹੀਦਾ ਸੀ। ਅਗਲੀ ਗੱਲ ਇਹ ਹੈ ਕਿ ਜਿਹੜਾ ਪ੍ਰਾਈਮ ਮਿਨਿਸਟਰ ਦੀ ਫੋਨ ਕਾਲ ਕਹਿੰਦਾ, ਤੇ ਲੋਕ ਤਾਂ ਇਹ ਕਹਿੰਦੇ ਨੇ, ਲੀਡਰ ਵੀ ਇਹ ਮੰਗ ਰਹੇ ਨੇ ਵੀ ਉਹ ਕਿਹੜਾ ਫੋਨ ਹੈ ਜਿੱਤੇ ਕਾਲ ਕੀਤੀ ਜਾਏ। ਤੁਸੀਂ ਤਾਂ ਅੱਜ ਤੱਕ ਗੱਲ ਹੀ ਨਹੀਂ ਕਰਦੇ। ਫੋਨ ਤਾਂ ਦੱਸ ਦਿਓ ਜਿੱਤੇ ਕਾਲ ਹੋਵੇ ਤੇ ਤੁਹਾਡੇ ਨਾਲ ਗੱਲ ਹੋ ਜਾਏ। ਜਨਾਬ ਤੁਸੀਂ ਤਾਂ ਅੱਜ ਤੱਕ ਸਿੰਗਲ ਟਰੈਕ ਮਨ ਕੀ ਬਾਤ ਸੁਣਾਉਂਦੇ ਹੋ, ਤੁਸੀਂ ਤਾਂ ਗੱਲ ਹੀ ਨਹੀਂ ਕਰਦੇ ਲੀਡਰਾਂ ਨਾਲ। ਤੁਸੀਂ ਫੋਨ ਨੰਬਰ ਦਿਓ, ਹਰ ਲੀਡਰ ਤੁਹਾਨੂੰ ਫੋਨ ਕਰ ਲੇਗਾ। ਤੁਸੀਂ ਉਹਨੂੰ ਦੱਸ ਦਿਓ ਕਿੱਥੇ ਬੈਠੇ ਹੋਏ ਹੋ। ਇੱਕ ਮੀਟਿੰਗ ਤਾਂ ਕਰੋ ਆਪਣੀ ਅਗਵਾਈ 'ਚ। ਜੇ ਦੇਸ਼ ਦਾ ਪ੍ਰਧਾਨ ਮੰਤਰੀ ਇਹ ਕਹਿੰਦਾ ਹੈ ਇੱਕ ਫੋਨ ਕਾਲ ਦੂਰ ਹੈ, ਤਾਂ ਇੱਕ ਮੀਟਿੰਗ ਤਾਂ ਦੇਸ਼ ਨੂੰ ਸੱਦ ਕੇ ਦਿਖਾਏ ਕਿ ਪ੍ਰਧਾਨ ਮੰਤਰੀ ਕਿਸਾਨ ਲੀਡਰਾਂ ਨਾਲ ਬੈਠਾ ਹੈ, ਦੇਖੋ ਆਹ ਮੀਟਿੰਗ ਹੋ ਰਹੀ ਹੈ। ਪਹਿਲੇ ਇੱਥੋਂ ਤਾਂ ਕਰੇ ਨਾ। ਜੇ ਇਹ ਨਹੀਂ ਕਰਦਾ ਤਾਂ ਉਹ ਵੀ ਜੁਮਲੇਬਾਜ਼ੀ ਸ਼ਾਮਲ ਹੋ ਜਾਏਗਾ, ਜਿਵੇਂ ਪੁਰਾਣੇ ਜੁਮਲੇ ਨੇ। ਆਖਰੀ ਸਵਾਲ ਹੈ ਇਹਦੇ ਵਿੱਚ ਮੇਰਾ, ਬਜਟ ਪਾਸ ਕੀਤਾ ਗਿਆ। ਬਜਟ ਦੇ ਵਿੱਚੋਂ ਬਹੁਤ ਸਾਰੀਆਂ ਲੱਗਦੀਆਂ ਹੀ ਗੱਲਾਂ ਆਉਂਦੀਆਂ ਕਿ ਕਿਸਾਨ ਅੰਦੋਲਨ ਦੇ ਦਬਾਅ ਹੇਠ ਬਹੁਤ ਸਾਰੀਆਂ ਗੱਲਾਂ ਕਿਸਾਨਾਂ ਦੇ ਪੱਖ ਦੇ ਵਿੱਚ ਕੀਤੀਆਂ ਜਾਣਗੀਆਂ। 15% ਬਜਟ ਜਿਹੜਾ ਕਿਸਾਨੀ ਦਾ ਘਟਾ ਦਿੱਤਾ ਗਿਆ ਇਸ ਵਾਰ। ਫਿਰ ਜੇ ਦੇਖ ਲਓ ਤੇ ਤੇਲ ਵੇਚ ਦਿਓ, ਰੇਲ ਵੇਚ ਦਿਓ, ਖੇਡ ਦਾ ਮੈਦਾਨ ਵੇਚ ਦਿਓ, ਹਵਾਈ ਜਹਾਜ਼ ਦੇ ਅੱਡੇ ਜਿਹੜੇ ਆ ਉਹ 에ਅਰਪੋਰਟ ਆ ਉਹ ਵੇਚ ਦਿਓ, LIC ਦੇ ਵਿੱਚੋਂ ਹਿੱਸੇਦਾਰੀ ਵੇਚ ਦਿਓ। ਤਕਰੀਬਨ ਇਹ ਬਜਟ ਘੱਟ ਤੇ ਮੈਨੂੰ ਸੇਲ ਵਾਲਾ ਪ੍ਰੋਗਰਾਮ ਵੱਧ ਲੱਗਾ। ਤੁਹਾਡਾ ਕੀ ਕਹਿਣਾ ਇਹਦੇ ਤੇ? ਨਹੀਂ, ਉਹੀ ਹੈ ਅਸਲ ਦੇ ਵਿੱਚ। ਇਹ ਮੰਨਣ ਲਈ ਤਿਆਰ ਹੀ ਨਹੀਂ ਕਿ ਸਾਡੀ ਅਰਥ ਵਿਵਸਥਾ 'ਚ ਕੋਈ ਪ੍ਰੋਬਲਮ ਹੈ। ਤੁਸੀਂ 34 ਲੱਖ ਕਰੋੜ ਦਾ ਬਜਟ ਦੇਤਾ, 12 ਲੱਖ ਕਰੋੜ ਤੁਹਾਡੇ ਕੋਲ ਪੈਸਾ ਹੀ ਨਹੀਂ, ਕਿੱਥੋਂ ਲਿਆਓਗੇ? ਉਹ ਕਹਿੰਦੇ ਨਵਾਂ ਕਰਜ਼ਾ ਲੈਣਾ, ਨਵੇਂ ਕਰਜ਼ੇ ਦੇ ਵਿੱਚ ਤੁਹਾਨੂੰ ਫਿਰ ਵਿਆਜ ਉਹ ਕਰਨਾ ਪਏਗਾ। ਅਗਲਾ ਸਵਾਲ ਇਹ ਹੈ ਕਿ ਖੇਤੀ ਐਡਾ ਵੱਡਾ ਅੰਦੋਲਨ ਚੱਲ ਰਿਹਾ ਹੋਵੇ, ਸਭ ਨੂੰ ਇਹ ਉਮੀਦ ਸੀ ਕਿ ਘੱਟੋ ਘੱਟ ਖੇਤੀ ਤੇ ਦੂਜਾ ਕਰੋਨਾ ਦੇ ਤਹਿਤ 11 ਕਰੋੜ ਮਜ਼ਦੂਰ ਪੈਦਲ ਚੱਲਦਾ ਦੇਖਿਆ ਗਿਆ, ਲੋਕਾਂ ਨੇ ਦੇਖਿਆ ਸੜਕਾਂ ਤੇ, ਜੋ ਉਹਨਾਂ ਦੀ ਦੁਰਦਸ਼ਾ ਹੋਈ ਹੈ। ਵਿਚਾਰੀਆਂ ਜਿਹੜੀਆਂ ਔਰਤਾਂ ਸੀ ਸੜਕਾਂ ਤੇ ਬੱਚੇ ਜੰਮਣ ਲਈ ਮਜਬੂਰ ਹੋ ਗਈਆਂ। ਐਡੀ ਦਰਦਨਾਕ ਸੀਨ ਦੇ ਬਾਵਜੂਦ ਤੁਸੀਂ ਕੀ ਕੀਤਾ? 1,11,000 ਕਰੋੜ ਰੁਪਈਆ ਮਨਰੇਗਾ ਤੇ ਪਿਛਲੇ ਸਾਲ ਖਰਚ ਹੋ ਗਿਆ, ਤੁਸੀਂ ਘਟਾ ਕੇ 73,000 ਕਰੋੜ ਕਰਤਾ। ਇਹਦਾ ਮਤਲਬ ਇੰਨੇ ਲੋਕਾਂ ਨੂੰ ਰੁਜ਼ਗਾਰ ਇੰਨਿਆਂ ਨੂੰ ਵੀ ਨਹੀਂ ਦੇਣਾ ਚਾਹੁੰਦੇ ਜਿਹੜਿਆਂ ਨੂੰ ਪਹਿਲਾਂ ਨੂੰ ਦੇਤਾ ਨਾ, ਉਹ ਵੀ ਖਤਮ ਕਰਤਾ ਤੁਸੀਂ। ਦੂਜੀ ਗੱਲ ਇਹ ਹੈ ਕਿ ਖੇਤੀ ਤੇ ਤੁਸੀਂ ਟੋਟਲ ਸਮੁੱਚੀ ਖੇਤੀ ਤੇ 34 ਲੱਖ ਕਰੋੜ ਦੇ ਵਿੱਚੋਂ 1,23,000 ਕਰੋੜ ਦਿੰਦੇ ਹੋ। ਪਰਸੈਂਟੇਜ ਕੀ ਬਣੀ? 65% ਲੋਕ ਨਿਰਭਰ ਨੇ। 65% ਲੋਕਾਂ ਦੇ ਕੋਲ ਤੁਸੀਂ 5% ਬਜਟ ਦੇ ਰਹੇ ਹੋ। ਤੇ ਇਹ ਆਪ ਹੀ ਦੇਖ ਲਓ ਤੁਸੀਂ, ਉਹਨਾਂ ਦਾ ਹਾਲ ਕੀ ਹੋਣਾ ਵਿਚਾਰੇ ਦਾ, ਉੱਥੇ ਕਿਵੇਂ ਹੋਣਾ, ਕਿੱਥੋਂ ਆਮਦਨ ਹੋਣੀ ਹੈ, ਕਿੱਥੋਂ ਕੀ ਹੋਣਾ। ਤੁਸੀਂ ਉਹੀ ਚੀਜ਼ ਦੇਤੀ ਹੈ ਜੀ। MSP ਤੇ ਅਸੀਂ 33,284 ਕਰੋੜ ਤੋਂ ਵਧਾ ਕੇ 7 ਸਾਲਾਂ ਬਾਅਦ ਅਸੀਂ ਦੇ ਰਹੇ ਹਾਂ 62,000 ਕਰੋੜ। ਉਹ 5 ਸਾਲ 'ਚ ਤਾਂ ਬੈਂਕ 'ਚ ਵੈਸੇ ਹੀ ਪੈਸੇ ਦੁੱਗਣੇ ਹੋ ਜਾਂਦੇ ਨੇ। ਇਹ ਤਾਂ 7 ਸਾਲ ਜਿੱਥੇ ਕੁਝ ਵੀ ਨਹੀਂ ਕਰਨ ਦੀ ਲੋੜ, ਜਿੱਥੇ ਵੈਸੇ ਹੀ ਆ। ਇਹਦੇ ਨਾਲ ਤਾਂ ਤੁਸੀਂ GST ਦੇ ਨਾਲ ਤੁਸੀਂ ਪੈਸਟੀਸਾਈਡ ਤੇ 5% GST ਲਾਈ, ਖਾਦ ਤੇ GST ਲਾਈ, 12% ਮਸ਼ੀਨਰੀ ਤੇ ਲਾਈ, ਤੇ ਬਾਕੀ ਦੀਆਂ ਚੀਜ਼ਾਂ ਤੇ 5% ਤੋਂ 18% ਤੱਕ ਲਾਈ। ਉਹਦੀ ਭਰਪਾਈ ਕੌਣ ਕਰੇਗਾ?
ਪੈਸਾ ਕਿੱਥੋਂ ਆਏਗਾ? ਜੇ ਪੰਜਾਬ ਦੇ ਵਿੱਚ ਹੀ ਸਵਾਮੀਨਾਥਨ ਕਮਿਸ਼ਨ ਮੁਤਾਬਕ ਦੇ ਦਿੱਤਾ ਜਾਏ, ਇੱਕੋ ਫਸਲ 'ਚ ਕਣਕ ਦੀ 'ਚ 14,000 ਕਰੋੜ ਰੁਪਈਆ ਹੋਰ ਪੰਜਾਬ ਦੇ ਕਿਸਾਨ ਨੂੰ ਮਿਲਣਾ ਸੀ, ਜਿਹੜਾ ਉਹ 56,000 ਕਰੋੜ ਕਹਿੰਦੇ ਨੇ ਦੇਤਾ। ਉਹਨਾਂ ਦੀ ਜੇਬ 'ਚੋਂ ਤੁਸੀਂ ਕੱਢ ਰਹੇ ਹੋ, ਉਹਨੂੰ ਦੇ ਕਿੱਥੇ ਰਹੇ ਹੋ? ਤੇ ਇਹ ਸਾਰੇ ਜੁਮਲੇਬਾਜ਼ ਸਭ ਨੂੰ ਪਤਾ ਹੈ ਕਿ ਫਿਗਰ ਵੀ ਤੁਸੀਂ ਛੁਪਾ ਰਹੇ ਹੋ, ਸਾਰੀਆਂ ਚੀਜ਼ਾਂ ਕਰ ਰਹੇ ਹੋ, ਪਰ ਕਹਿ ਰਹੇ ਹੋ ਇਹ ਕਿਸਾਨਾਂ ਦਾ ਬਜਟ ਹੈ, ਪਿੰਡਾਂ ਦਾ ਬਜਟ ਹੈ, ਪਿੰਡਾਂ 'ਚ ਬਾਰੇ ਨਿਆਰੇ ਹੋ ਜਾਣਗੇ। ਕਿਵੇਂ ਹੋ ਜਾਣਗੇ? ਬਿਨਾਂ ਪੈਸੇ ਤੋਂ। ਵੈਸੇ ਵਿਗਿਆਨ ਅਰਥ ਸ਼ਾਸਤਰੀ ਇਹ ਕਹਿੰਦੇ ਰਹੇ ਨੇ ਕਾਫੀ ਜ਼ਿਆਦਾ ਕਿ ਲੋਕਾਂ ਦੀ ਜੇਬ 'ਚ ਪੈਸੇ ਪਾਓ। ਤੁਸੀਂ ਜੇਬ 'ਚ ਪੈਸੇ ਪਾਉਣ ਦੀ ਬਜਾਏ ਤੁਸੀਂ ਚੀਜ਼ਾਂ ਵੇਚਣ ਤੱਲ ਪਿਓ। ਕਾਰਪੋਰੇਟ ਏਜੰਡਾ ਅਜੇ ਵੀ ਸਭ ਤੋਂ ਤੇਜ਼ ਦੌੜਨ ਵਾਲਾ ਏਜੰਡਾ ਉਸੇ ਪਾਸੇ, ਇਸ ਲਈ ਸਭ ਚੀਜ਼ਾਂ ਵੇਚ ਦੇਣਗੇ। ਜਿਵੇਂ ਉਹ ਸੁਰਜੀਤ ਜੱਜ ਦਾ ਅੱਜ ਕੱਲ੍ਹ ਗੀਤ ਕਾਫੀ ਗਾਇਆ ਜਾ ਰਿਹਾ ਨਾ ਕਿ ਤੂੰ ਮਰਦਾ ਚੰਦ ਸਿਆੜਾਂ ਲਈ, ਇਹ ਦੇਸ਼ ਸਾਰਾ ਦੇਸ਼ ਵੇਚ ਦੇਣਗੇ। ਤੇ ਉਹ ਦੇਸ਼ ਵੇਚਣ ਵਾਲਾ ਹੀ ਸਵਾਲ ਹੈ ਤੇ ਇਕੱਲਾ ਸਿਆੜਾ। ਹਾਲਾਂਕਿ ਮੈਨੂੰ ਤਾਂ ਇਹ ਲੱਗਦਾ ਕਿ ਸਿਆੜ ਤਾਂ ਬੰਦੇ ਲਈ ਤਾਂ 2 ਸਿਆੜ ਵੀ ਦੇਸ਼ ਜਿੰਨਾ ਇੰਪੋਰਟੈਂਟ ਹੁੰਦਾ ਹੈ, ਉਹਦੇ ਲਈ ਵੀ ਲੜਨਾ ਚਾਹੀਦਾ, ਪਰ ਨਾਲ ਦੇਸ਼ ਵੇਚਣ ਦੇ ਖਿਲਾਫ ਵੀ ਲੜਨਾ ਚਾਹੀਦਾ। ਦੋਨਾਂ ਦੀ ਸਾਂਝੀ ਇੱਕ ਚੀਜ਼ ਬਣਨੀ ਚਾਹੀਦੀ ਹੈ, ਪਰ ਰਸਤਾ ਬਿਲਕੁਲ ਉਧਰ ਨੂੰ ਚੱਲਦਾ। ਤੁਸੀਂ ਕਹਿੰਦੇ 1,75,000 ਕਰੋੜ ਦੇ ਐਤਕੀ ਵੇਚ ਦੇਣੇ ਨੇ ਅਸੀਂ। ਪਹਿਲਾਂ ਚੱਲਦਾ ਸੀ ਇੱਕ ਵੇਚਾਂਗੇ, ਪਰ ਮੈਨੂੰ ਲੱਗਦਾ ਇਹ ਟਾਰਗੇਟ ਪੂਰਾ ਨਹੀਂ ਹੋਣਾ। ਪਿਛਲੇ ਸਾਲ ਵੀ ਇਹਨਾਂ ਨੇ ਐਂ ਕੀਤਾ ਸੀ, ਕੇਵਲ 32,000 ਕਰੋੜ ਰੁਪਈਆ ਆਇਆ। ਕੋਈ ਖਰੀਦਣ ਲਈ ਵੀ ਤਿਆਰ ਨਹੀਂ ਇਹਨਾਂ ਤੋਂ, ਤਾਂ ਇੰਨੀ ਜ਼ਿਆਦਾ ਬੇਭਰੋਸਗੀ ਹੈ। ਉਹ ਹੁਣ ਕਿੱਥੇ ਜਾਣਗੇ, ਕਿਵੇਂ ਆਉਣਗੇ? ਮੈਨੂੰ ਲੱਗਦਾ ਕਿ ਦੇਸ਼ ਸਟੀਅਰਿੰਗ ਤੇ ਉਹ ਬੰਦੇ ਬਹਿ ਗਏ ਜਿਹਨੂੰ ਨਾ ਪਤਾ ਹੈ ਕਰਨਾ ਕੀ ਹੈ ਕੀ ਨਹੀਂ। ਥੋੜ੍ਹਾ ਬਹੁਤ ਤਾਂ ਚੱਲੀ ਹੋ ਜਾਂਦਾ, ਜਿਹੋ ਜਿਹਾ ਪੁਲ ਬਣ ਜਾਣਗੇ, ਸੜਕਾਂ ਬਣ ਜਾਣਗੀਆਂ, ਉਹਦੇ ਤੇ ਟੋਲ ਲੱਗ ਜਾਣਗੇ, ਉਹ ਲੋਕਾਂ ਦੀਆਂ ਜੇਬਾਂ 'ਚੋਂ ਪੈਸਾ ਆ ਜਾਊਗਾ। ਲੋਕਾਂ ਨੂੰ ਦੇਣ ਲਈ ਕੁਝ ਨਹੀਂ ਹੈ। ਕੁੱਲ ਮਿਲਾ ਕੇ ਵੀ ਕਿਹਾ ਜਾ ਸਕਦਾ ਹਮੀਰ ਸਿੰਘ ਜੀ ਕਿ ਇਸ ਵੇਲੇ ਲੋਕ ਕਹਿੰਦੇ ਆ ਕਿ ਸਾਨੂੰ ਡਰਾਈਵਿੰਗ ਦੇ ਲਾਇਸੈਂਸ ਚਾਹੀਦੇ ਆ, ਅਸੀਂ ਗੱਡੀਆਂ ਚਲਾਉਣੀਆਂ ਸੜਕਾਂ ਤੇ। ਸਰਕਾਰ ਕਹਿੰਦੀ ਚੱਕੋ ਤੁਹਾਨੂੰ ਜਿਹੜਾ ਉਹ ਹਵਾਈ ਜਹਾਜ਼ ਚਲਾਉਣ ਦਾ ਲਾਇਸੈਂਸ ਦਿੱਤਾ, ਜਦ ਕਿ ਹਵਾਈ ਜਹਾਜ਼ ਕਿਤੇ ਵੀ ਨਹੀਂ ਆ। ਉਹ ਗੱਡੀ ਨਹੀਂ ਚਲਾਉਣ ਲਈ ਉਹਨਾਂ ਦੇ ਕੋਲ ਹੈਗੀ ਤੇ ਲਾਇਸੈਂਸ ਜਿਹੜੇ ਆ ਹਵਾਈ ਜਹਾਜ਼ ਦੇ ਦਿੱਤੇ ਜਾ ਰਹੇ। ਨੁਕਤੇ ਬਹੁਤ ਸਾਰੇ, ਗੱਲ ਫਿਰ ਉੱਥੇ ਜਾ ਕੇ ਖਤਮ ਹੋ ਜਾਂਦੀ ਹੈ ਕਿ ਜਦ ਸਰਕਾਰ ਨੇ ਤੈਅ ਹੀ ਕਰ ਲਿਆ ਕਿ ਸਾਰਾ ਕੁਝ ਵੇਚ ਦੇਣਾ ਹੈ, ਜਦ ਸਰਕਾਰ ਨੇ ਤੈਅ ਕਰ ਲਿਆ ਕਿ ਮੈਂ ਆਪਣੇ ਸਿਰ ਤੇ ਕੋਈ ਜ਼ਿੰਮੇਵਾਰੀ ਨਹੀਂ ਲੈਣੀ, ਕਿ ਜਿਹਦੇ ਕਰਕੇ ਮੈਨੂੰ ਜਵਾਬਦੇਹ ਹੋਣਾ ਪਵੇ ਲੋਕਾਂ ਦੇ ਲਈ, ਕਿ ਜੇ ਮੈਂ ਆਹ ਗਲਤ ਕੀਤਾ ਹੈ ਤੇ ਇਹਦੇ ਲਈ ਮੈਂ ਜਵਾਬਦੇਹ ਹਾਂ। ਪ੍ਰਾਈਵੇਟ ਲੋਕਾਂ ਦੇ ਉੱਤੇ ਸੁੱਟ ਦਿਓ, ਕਾਰਪੋਰੇਟ ਘਰਾਣਿਆਂ ਦੇ ਉੱਤੇ ਸਾਰਾ ਕੁਝ ਸੁੱਟ ਦਿਓ, ਆਪੇ ਜਵਾਬਦੇਹ ਹੁੰਦੇ ਰਹਿਣਗੇ। ਜਿਹੜਾ ਸਲੋਗਨ ਆਇਆ ਪਿਛਲੇ ਸਾਲ ਤੋਂ, ਆਤਮ ਨਿਰਭਰ ਭਾਰਤ, ਆਤਮ ਨਿਰਭਰ ਭਾਰਤ ਕਿੱਥੇ ਆ? ਤੁਸੀਂ LIC ਵੇਚਤੀ, 49% ਤੋਂ 74% ਕਰਤੀ, ਤੇ ਸਾਰੇ ਸਾਧਨ। ਉਹ ਆਤਮ ਨਿਰਭਰਤਾ ਕਿੱਥੇ ਆ? ਮੈਨੂੰ ਤਾਂ ਇਹ ਸਮਝ ਹੀ ਨਹੀਂ ਆਈ ਕਦੇ। ਤੁਹਾਡੇ ਕੋਲ ਆਪਣਾ ਬਣਾਇਆ, ਆਪਣੇ ਬਲ ਤੇ ਖੜਾ ਹੋਣ ਵਾਲਾ ਕੀ ਚੀਜ਼ ਹੈ ਦੁਨੀਆ 'ਚ? ਮੇਰਾ ਖਿਆਲ ਹੈ ਕਿ ਇਹ ਉਹ ਹੋਕਾ ਆ ਜਿਹੜਾ ਰਾਤ ਨੂੰ ਪਹਿਰੇਦਾਰ ਦਿੰਦਾ ਹੈ, ਜਾਗਦੇ ਰਹਿਣਾ, ਪਰ ਨਾਲ ਇਹ ਵੀ ਕਹਿੰਦਾ ਮੇਰੇ ਆਸਰੇ ਨਾ ਰਹਿਣਾ। ਕੁੱਲ ਮਿਲਾ ਕੇ ਸਥਿਤੀਆਂ ਇਹ ਆ। ਹਮੀਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਇੱਕ ਲੰਬੀ ਚੌੜੀ ਗੱਲਬਾਤ ਇਹਨਾਂ ਵਿਸ਼ਿਆਂ ਦੇ ਉੱਤੇ ਕੀਤੀ ਜਾ ਸਕਦੀ ਹੈ, ਪਰ ਕੁੱਲ ਮਿਲਾ ਕੇ ਗੱਲ ਇੱਥੇ ਮੁੱਕਦੀ ਹੈ ਜਦੋਂ ਸਰਕਾਰ ਸਾਰੀਆਂ ਜ਼ਿੰਮੇਵਾਰੀਆਂ ਤੋਂ ਦੌੜਨ ਦੇ ਲਈ ਕਾਹਲੀ ਪਈ ਹੋਵੇ, ਸਾਰਾ ਕੁਝ ਕਾਰਪੋਰੇਟ ਸੈਕਟਰ ਦੇ ਹਵਾਲੇ ਕਰਨ ਦੇ ਲਈ ਕਾਹਲੀ ਪਈ ਹੋਵੇ, ਤੇ ਫਿਰ ਉਹਨੂੰ ਇਹ ਅੰਦੋਲਨ ਗੈਰ ਵਾਜਬ ਜਾਪਣਗੇ, ਉਹਨੂੰ ਇਹ ਅੰਦੋਲਨ ਗੈਰ ਸੰਵਿਧਾਨਕ ਜਾਪਣਗੇ। ਇਸੇ ਕਰਕੇ ਇਹਨਾਂ ਦੀ ਆਵਾਜ਼ ਨਾ ਸੁਣੀ ਜਾ ਰਹੀ ਹੈ, ਬਲਕਿ ਇਸ ਆਵਾਜ਼ ਨੂੰ ਦੱਬਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, TV ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।